ਇਸ ਲੈਕਚਰ ਦੇ ਵਿੱਚ ਆਪਾਂ ਪੜ੍ਹਨਾ ਹੈ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 1968। ਤਾਂ ਜਿਹੜੀ ਸੈਂਟਰ ਗਵਰਨਮੈਂਟ ਹੈ ਉਸ ਨੇ 1985 ਦੇ ਵਿੱਚ ਜਿਹੜੀ 1986 ਦੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੀ ਗੱਲ ਨੂੰ ਮੁੜ ਨਵੇਂ ਸਿਰੇ ਤੋਂ ਸਮਝਣ ਦਾ ਯਤਨ ਕੀਤਾ ਤੇ ਇਸ ਨੂੰ ਜਿਹੜੀਆਂ ਮਤਲਬ ਕਿ ਚੈਲੰਜ ਆਫ ਐਜੂਕੇਸ਼ਨ ਇਹ ਪਾਲਿਸੀ ਜਿਹੜਾ ਪ੍ਰੋਸਪੈਕਟਿਵ ਦੇ ਜਿਹੜਾ ਕੰਮ ਹੈ ਉਹ ਆਰੰਭ ਕੀਤਾ। ਤਾਂ ਆਪਾਂ ਕਰਦੇ ਹਾਂ ਕਿ ਚੈਲੰਜ ਆਫ ਐਜੂਕੇਸ਼ਨ ਇਹ ਪਾਲਿਸੀ ਪ੍ਰੋਸਪੈਕਟਿਵ ਤਾਂ ਇੱਕ ਦਸਤਾਵੇਜ਼ ਸਰਕਾਰ ਦੁਆਰਾ ਸਿੱਖਿਆ ਨਾਲ ਸੰਬੰਧਿਤ ਡੂੰਘੇ ਅਧਿਐਨ ਮਗਰੋਂ ਤਿਆਰ ਕੀਤਾ ਗਿਆ। ਤਾਂ ਇਸ ਤਰ੍ਹਾਂ ਦੇ ਕਾਰਜ ਦਾ ਸਭ ਤੋਂ ਮਹੱਤਵਪੂਰਨ ਜਿਹੜਾ ਕੰਮ ਹੈ ਉਹ ਵਿਦਿਅਕ ਢਾਂਚੇ ਨੂੰ ਇੱਕ ਨਵਾਂ ਰੂਪ ਦੇਣਾ, ਜਿਸ ਦਾ ਜਿਹੜਾ ਮੁੱਖ ਕੰਮ ਹੋਊਗਾ ਸਿੱਖਿਆ ਦੇ ਖੇਤਰ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਰਨਾ। ਤਾਂ ਇਸ ਦਸਤਾਵੇਜ਼ ਦੇ ਵਿੱਚ ਸਿੱਖਿਆ ਵਿਦਵਾਨ, ਸਿੱਖਿਆ ਯੋਜਨਾ ਨੂੰ ਤਿਆਰ ਕਰਨ ਵਾਲੇ ਅਧਿਆਪਕ, ਵਿਦਿਆਰਥੀ, ਤਜਰਬੇਕਾਰ ਬੁੱਧੀਜੀਵੀ ਅਤੇ ਸਧਾਰਨ ਨਾਗਰਿਕਾਂ ਦੇ ਸੁਝਾਵਾਂ ਨੂੰ ਸ਼ਾਮਲ ਕੀਤਾ ਗਿਆ। ਤਾਂ ਇਹਨਾਂ ਸੁਝਾਵਾਂ ਦੇ ਆਧਾਰ 'ਤੇ ਭਵਿੱਖ ਦੇ ਵਿੱਚ ਜਿਹੜੀ ਇਹ ਨੈਸ਼ਨਲ ਐਜੂਕੇਸ਼ਨ ਪਾਲਿਸੀ 1986 ਜਿਹੜੀ ਉਹ ਤਿਆਰ ਕੀਤੀ ਗਈ। ਤਾਂ ਇਹ ਜਿਹੜੀ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 1986 ਵਿੱਚ ਉਸ ਸਮੇਂ ਦੀ ਵਰਤਮਾਨ ਸਿੱਖਿਆ ਦੀ ਵਿਵਸਥਾ ਦੀ ਵਿਸਤ੍ਰਿਤ ਜਾਣਕਾਰੀ ਪੇਸ਼ ਕੀਤੀ ਗਈ। ਵਿਦਿਅਕ ਪਰਿਵਰਤਨ ਸੁਧਾਰਾਂ ਦੇ ਰਾਸ਼ਟਰੀ ਪੱਧਰ ਵਾਦ ਵਿਵਾਦ ਹੋਇਆ। ਤਾਂ ਇਸ ਦੇ ਆਧਾਰ 'ਤੇ ਹੀ 20 ਅਪ੍ਰੈਲ 1986 ਨੂੰ ਇੱਕ ਨਵੀਂ ਨੀਤੀ ਨੂੰ ਭਾਰਤੀ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਸ ਨੂੰ ਸੰਸਦ ਦੁਆਰਾ ਸਰਬਸਹਿਮਤੀ ਜਿਹੜੀ ਉਹ ਮਿਲੀ। ਤਾਂ ਇਸ ਤਰ੍ਹਾਂ ਇਹ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ, ਪਾਲਿਸੀ ਆਫ ਐਜੂਕੇਸ਼ਨ ਹੈ ਉਹ ਹੋਂਦ ਦੇ ਵਿੱਚ ਆਈ। ਤਾਂ ਅੱਗੇ ਆਪਾਂ ਕਰਦੇ ਹਾਂ ਕਿ ਇਸ ਨੈਸ਼ਨਲ ਐਜੂਕੇਸ਼ਨ ਕਮਿਸ਼ਨ ਜਾਂ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 1986 ਦੀ ਨੀਤੀਆਂ ਦੇ ਕੀ ਸੁਝਾਅ ਨੇ ਤੇ ਕੀ ਸਿਫਾਰਿਸ਼ਾਂ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਇਹਦੀ ਕਰਦੇ ਹਾਂ ਇੰਟਰੋਡਕਟਰੀ। ਤਾਂ ਭੂਮਿਕਾ ਕੀ ਹੈ? ਸਮਾਜਿਕ ਸੱਭਿਆਚਾਰਕ ਪਹਿਚਾਣ, ਸੋਸ਼ਲ ਕਲਚਰਲ ਆਈਡੈਂਟੀਟੀ। ਪ੍ਰੀਖਿਆ ਮਤਲਬ ਕਿ ਕਹਿੰਦੇ ਵੀ ਸਿੱਖਿਆ ਤਾਂ ਇੱਕ ਅਜਿਹਾ ਆਧਾਰ ਹੈ ਜੋ ਵਿਕਾਸ ਦੀ ਹਰ ਇੱਕ ਤਰ੍ਹਾਂ ਦੀ ਪ੍ਰਕਿਰਿਆ ਦੇ ਵਿੱਚ ਸਹਾਇਕ ਹੈ। ਇਹ ਮਨੁੱਖ ਦੇ ਲਈ ਜ਼ਰੂਰੀ ਹੈ ਕਿ ਉਸ ਦਾ ਜਿਹੜਾ ਸਮਾਜਿਕ ਤੇ ਸੱਭਿਆਚਾਰਕ ਜਿਹੜੀ ਉਸਦੀ ਪਹਿਚਾਣ ਹੈ ਉਸ ਨੂੰ ਬਣਾਈ ਰੱਖਿਆ ਜਾ ਸਕੇ। ਤਾਂ ਨੈਕਸਟ ਹੈ ਇਕਨੋਮਿਕ ਐਂਡ ਟੈਕਨੀਕਲ ਡਿਵੈਲਪਮੈਂਟ। ਕਹਿੰਦੇ ਉਸ ਦੀ ਜਿਹੜੀ ਆਰਥਿਕ ਤੇ ਤਕਨੀਕੀ ਵਿਕਾਸ ਦੇ ਲਈ ਵੀ ਜਿਹੜੀ ਸਿੱਖਿਆ ਹੈ ਉਹ ਬਹੁਤ ਜ਼ਰੂਰੀ ਹੈ। ਤਾਂ ਇਸ ਦੇ ਲਈ ਉਹ ਜਿਹੜੀ ਮਤਲਬ ਕਿ ਇਹ ਜਿਹੜੀ ਸਿੱਖਿਆ ਹੈ ਉਦੋਂ ਹੀ ਵਿਕਸਿਤ ਹੁੰਦੀ ਜਦੋਂ ਸਮਾਜ ਵਿੱਚ ਰਹਿ ਰਹੇ ਸਾਰੇ ਲੋਕਾਂ ਨੂੰ ਸਹੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਨੈਕਸਟ ਹੈਗਾ ਵਿਆਪਕ ਮੁੱਲ। ਤਾਂ ਜਿਹੜੇ ਹਰ ਇੱਕ ਤਰ੍ਹਾਂ ਦੇ ਜਿਹੜੇ ਵਿਆਪਕ ਮੁੱਲ ਨੇ, ਚਾਹੇ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਨੇ, ਤਾਂ ਕਹਿੰਦੇ ਵੀ ਉਹਨਾਂ ਨੂੰ ਅਸੀਂ ਇੱਕ ਸਿੱਖਿਆ ਦੇ ਮਾਧਿਅਮ ਰਾਹੀਂ ਹੀ ਪ੍ਰਾਪਤ ਕਰ ਸਕਦੇ ਹਾਂ। ਤਾਂ ਨੀਤੀ ਨਿਰਮਾਣ ਯੋਜਨਾ ਦਾ ਇਸ ਵੱਲ ਧਿਆਨ ਦਿੱਤਾ ਗਿਆ ਕਿ ਦੇਸ਼ ਭਰ ਵਿੱਚ ਇਸ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸੰਮੇਲਨ ਕਰਵਾਏ ਗਏ ਤੇ ਉਸ ਤੋਂ ਬਾਅਦ ਸਿੱਖਿਆ ਦਾ ਜਿਹੜਾ ਨਿਰਮਾਣ ਹੈ ਉਹ ਸੰਭਵ ਹੋਇਆ। ਨੈਕਸਟ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ 1968। ਤਾਂ ਜਿਹੜੀ ਇਹ 1968 ਜਿਹੜੀ ਨੈਸ਼ਨਲ ਐਜੂਕੇਸ਼ਨ ਕਮਿਸ਼ਨ ਸੀ ਤਾਂ ਇਸ ਦੇ ਵਿੱਚ ਬਾਅਦ ਦੀ ਸਭ ਤੋਂ ਮਹੱਤਵਪੂਰਨ ਸਿੱਖਿਆ ਨੀਤੀ ਦੱਸੀ ਗਈ ਹੈ, ਜਿਸ ਨੇ ਰਾਸ਼ਟਰੀ ਵਿਕਾਸ, ਸਮਾਨਤਾ, ਉੱਚ ਨਾਗਰਿਕਤਾ, ਰਾਸ਼ਟਰੀ ਸਦਭਾਵਨਾ ਤੇ ਸੱਭਿਆਚਾਰਕ ਜਿਹੜੇ ਮੁੱਲ ਨੇ ਉਹਨਾਂ ਨੂੰ ਕਾਇਮ ਰੱਖਿਆ ਹੈ। ਤਾਂ ਕਹਿੰਦੇ ਵਿਦਿਅਕ ਢਾਂਚੇ ਦੇ ਵਿੱਚ ਫੇਰ ਬਦਲ ਨੇ ਜਿਹੜੇ ਉਹ ਹੋਏ। ਤਾਂ ਇਸ ਕਾਰਨ ਜਿਹੜੀ ਸਿੱਖਿਆ ਨੀਤੀ ਹੈ ਉਹ ਹੋਂਦ ਦੇ ਵਿੱਚ ਆਈ। ਤਾਂ ਨੈਕਸਟ ਹੈ ਨਵੀਆਂ ਚੁਣੌਤੀਆਂ, ਨਿਊ ਚੈਲੰਜ। ਤਾਂ ਸਿੱਖਿਆ ਦੇ ਵਿੱਚ ਮੌਜੂਦਾ ਸਮੇਂ ਕਈ ਚੁਣੌਤੀਆਂ ਸੀਗੀਆਂ। ਲੋਕਾਂ ਦੀ ਸਮਾਜਿਕ ਤੇ ਰਾਜਨੀਤਿਕ ਸਥਿਤੀ ਵਿੱਚ ਪਰਿਵਰਤਨ ਆਇਆ। ਧਰਮ ਨਿਰਪੱਖਤਾ, ਸਮਾਜਵਾਦ, ਲੋਕਤੰਤਰ ਅਤੇ ਕਿੱਤਾ ਮੁਖੀ ਧਰਮ ਚਿੰਤਾ ਦਾ ਵਿਸ਼ਾ ਬਣੀ। ਤਾਂ ਇਹਨਾਂ ਸਾਰੀਆਂ ਸਮੇਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਅਨੁਸਾਰ ਜਿਹੜਾ ਸਿੱਖਿਆ ਹੈ ਉਸ ਦੇ ਵਿੱਚ ਬਦਲਾਅ ਹੋਣਾ ਬਹੁਤ ਜ਼ਰੂਰੀ ਸੀ। ਤਾਂ ਹੀ ਮਤਲਬ ਕਿ ਜਿਹੜੀਆਂ ਸਮੇਂ ਦੇ ਅਨੁਸਾਰ, ਚਾਹੇ ਉਹ ਜਨਸੰਖਿਆ ਦਾ ਵਾਧਾ ਸੀ, ਤਾਂ ਇਹਨਾਂ ਸਮੱਸਿਆਵਾਂ ਦੇ ਨਾਲ ਤਾਂ ਹੀ ਨਜਿੱਠਿਆ ਜਾ ਸਕਦਾ ਸੀ ਜੇਕਰ ਸਿੱਖਿਆ ਦੀ ਜਿਹੜੀ ਨਵੀਂ ਨੀਤੀ ਹੈ ਉਹ ਹੋਂਦ ਵਿੱਚ ਆਉਂਦੀ। ਨੈਕਸਟ ਹੈ ਦਾ ਐਸੈਂਸ ਐਂਡ ਰੋਲ ਆਫ ਐਜੂਕੇਸ਼ਨ। ਸਿੱਖਿਆ ਸਭ ਲਈ ਜ਼ਰੂਰੀ। ਤਾਂ ਸਿੱਖਿਆ ਕੀ ਹੈ? ਜਿਸ ਨਾਲ ਬੱਚੇ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਤਾਂ ਇਹ ਸਾਰਿਆਂ ਲਈ ਜ਼ਰੂਰੀ ਹੈ। ਵਿਆਪਕ ਭੂਮਿਕਾ। ਤਾਂ ਇਹ ਸਿੱਖਿਆ ਹੈ ਜਿਸ ਦੇ ਵਿੱਚ ਵਿਦਿਆਰਥੀ ਹੈ ਜਿਹੜਾ ਉਹ ਰਾਸ਼ਟਰੀ ਏਕਤਾ, ਉਸਦਾ ਵਿਗਿਆਨਕ ਦ੍ਰਿਸ਼ਟੀਕੋਣ, ਉਹ ਆਪਣੀਆਂ ਕਦਰਾਂ ਕੀਮਤਾਂ, ਆਪਣੇ ਸੱਭਿਆਚਾਰ, ਧਰਮ ਪੱਖਤਾ ਤੇ ਲੋਕਤੰਤਰ ਉਦੇਸ਼ਾਂ ਨੂੰ ਪ੍ਰਾਪਤ ਕਰਦਾ ਹੈ। ਨੈਕਸਟ ਹੈ ਮਨੁੱਖੀ ਸ਼ਕਤੀ ਦਾ ਵਿਕਾਸ। ਸ਼ਕਤੀ ਕਿਸੇ ਵੀ ਕੌਮ ਦਾ ਅਮੁੱਲ ਖਜ਼ਾਨਾ ਹੁੰਦੀ ਹੈ। ਤਾਂ ਇਸ ਦੇ ਸਿੱਖਿਆ ਦੁਆਰਾ ਮਨੁੱਖ ਸ਼ਕਤੀ ਦਾ ਵਿਕਾਸ ਕਰਕੇ ਅਰਥ ਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਕਰਦਾ ਹੈ ਤੇ ਮਨੁੱਖੀ ਸ਼ਕਤੀ ਖੋਜ ਅਤੇ ਉਸਦੇ ਵਿਕਾਸ ਵਿੱਚ ਸਹਾਇਕ ਹੁੰਦੀ ਹੈ। ਤਾਂ ਹੀ ਉਹ ਜਿਹੜਾ ਦੇਸ਼ ਹੈ, ਅਰਥ ਵਿਵਸਥਾ ਜਿਹੜੀ ਉਸਦੀ ਆਰਥਿਕ ਸਥਿਤੀ ਉਹ ਵਧੀਆ ਹੋ ਸਕਦੀ ਹੈ।
ਨੈਕਸਟ ਹੈ ਯੂਨੀਕ ਇਨਵੈਸਟਮੈਂਟ। ਤਾਂ ਨੀਤੀ ਸਿੱਖਿਆ ਨੂੰ ਉਦੇਤੀ ਜਿਹੜੀ ਨਿਵੇਸ਼ ਦੱਸਿਆ ਗਿਆ ਜਿਹੜਾ ਕਿ ਯੋਗੇ ਸਮੇਂ ਨਾਲ ਭਵਿੱਖ ਲਈ ਵੀ ਹੈ। ਭਾਵ ਸਿੱਖਿਆ ਅਜਿਹਾ ਨਿਵੇਸ਼ ਹੈ ਜਿਸ ਦਾ ਭਵਿੱਖ ਵਿੱਚ ਬਹੁਤ ਜ਼ਿਆਦਾ ਮੁਨਾਫਾ ਹੈ। ਤਾਂ ਇਸ ਦੇ ਲਈ ਸਿੱਖਿਆ ਜਿਹੜੀ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਭਵਿੱਖ ਦੇ ਵਿੱਚ ਚੰਗੇ ਜਿਹੜੇ ਆਰਥਿਕ ਨਤੀਜੇ ਨੇ ਉਹ ਆ ਸਕਣ। ਨੈਕਸਟ ਹੈ ਨੈਸ਼ਨਲ ਸਿਸਟਮ ਆਫ ਐਜੂਕੇਸ਼ਨ। ਕਨਸੈਪਟ ਆਫ ਨੈਸ਼ਨਲ ਸਿਸਟਮ। ਸੰਵਿਧਾਨ ਦੇ ਵਿੱਚ ਸਿੱਖਿਆ ਦੀ ਰਾਸ਼ਟਰੀ ਧਾਰਨਾ ਦੇ ਸਿਧਾਂਤ ਬਾਰੇ ਪਤਾ ਚੱਲਦਾ ਹੈ ਕਿ ਜਿਸ ਦਾ ਨੀਤੀ ਵਿੱਚ ਅਨੁਕਰਨ ਕੀਤਾ ਗਿਆ। ਰਾਸ਼ਟਰੀ ਸਿੱਖਿਆ ਪ੍ਰਣਾਲੀ ਧਾਰਨਾ ਭਾਵ ਹੈ ਕਿ ਇੱਕ ਨਿਸ਼ਚਿਤ ਪੱਧਰ 'ਤੇ ਸਾਰੇ ਬੱਚਿਆਂ ਨੂੰ ਬਿਨਾਂ ਕਿਸੇ ਭੇਦਭਾਵ ਤੇ ਜਿਹੜੀ ਸਿੱਖਿਆ ਹੈ ਉਹ ਮਿਲਣੀ ਬਹੁਤ ਜ਼ਰੂਰੀ ਹੈ। ਨੈਕਸਟ ਹੈ ਵਿੱਦਿਆ ਢਾਂਚਾ ਜਿਹੜਾ ਹੈ ਉਹ ਇਸ ਨੀਤੀ ਦੇ ਅਨੁਸਾਰ 10+2+3 ਢਾਂਚੇ ਨੂੰ ਸਾਰੇ ਦੇਸ਼ ਦੇ ਵਿੱਚ ਅਪਣਾ ਲਿਆ ਗਿਆ। ਅਜਿਹੇ ਯਤਨ ਕੀਤੇ ਗਏ ਕਿ ਮੁੱਢਲੇ 10 ਸਾਲ ਸਿੱਖਿਆ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਹੋਵੇ। ਤਾਂ ਨੀਤੀ ਵਿੱਚ ਮੁੱਢਲੀ ਸਿੱਖਿਆ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਗੱਲ ਕੀਤੀ। ਵਰਣਨਯੋਗ ਹੈ ਕਿ 10 ਸਾਲ ਦੀ ਆਰੰਭਿਕ ਸਿੱਖਿਆ ਦੇ ਵਿੱਚ 5 ਸਾਲ ਪ੍ਰਾਇਮਰੀ, 3 ਸਾਲ ਮੁੱਢਲੇ ਤੇ 2 ਸਾਲ ਹਾਈ ਤੇ ਉਸ ਤੋਂ ਬਾਅਦ 2 ਸਾਲ ਹਾਇਰ ਸੈਕੰਡਰੀ ਤੇ 3 ਸਾਲ ਨੇ ਜਿਹੜੇ ਉਹ ਡਿਗਰੀ ਸਿੱਖਿਆ ਜਿਸ ਨੂੰ ਅਸੀਂ ਜਿਹੜੀ VA ਦੀ ਜਿਹੜੀ ਡਿਗਰੀ ਹੈ ਉਹ ਕਹਿੰਦੇ ਆ ਉਹ ਇਸ ਦੇ ਵਿੱਚ ਸ਼ਾਮਲ ਕੀਤੀ ਗਈ। ਨੈਕਸਟ ਹੈ ਨੈਸ਼ਨਲ ਕਰੀਕੁਲਮ। ਨੈਸ਼ਨਲ ਕਰੀਕੁਲਮ ਜਿਸ ਦੇ ਵਿੱਚ ਅਜਿਹਾ ਜਿਹੜਾ ਕਰੀਕੁਲਮ ਸ਼ਾਮਲ ਕੀਤਾ ਗਿਆ ਜਿਸ ਦੇ ਵਿੱਚ ਜਿਹੜਾ ਸਾਡਾ ਰਾਸ਼ਟਰ ਹੈ ਉਸ ਦੇ ਜਿਹੜੇ ਉਦੇਸ਼ ਨੇ, ਰਾਸ਼ਟਰੀ ਅੰਦੋਲਨ ਦਾ ਇਤਿਹਾਸ, ਸੰਵਿਧਾਨਕ ਆਧਾਰ, ਸਾਡੇ ਕਰਤੱਵ ਜਿਹੜੇ ਰਾਸ਼ਟਰੀ ਪਛਾਣ ਲਈ ਲਾਜ਼ਮੀ ਹੋਣਗੇ ਤਾਂ ਇਸ ਤਰ੍ਹਾਂ ਦਾ ਜਿਹੜਾ ਵਿਸ਼ਾ ਉਸ ਦੇ ਵਿੱਚ ਸ਼ਾਮਲ ਕੀਤਾ ਗਿਆ। ਨੈਕਸਟ ਹੈ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੂਝ-ਬੂਝ। ਤਾਂ ਇਸ ਦੇ ਵਿੱਚ ਭਾਰਤ ਹਮੇਸ਼ਾ ਅੰਤਰਰਾਸ਼ਟਰੀ ਸ਼ਾਂਤੀ ਸੂਝ-ਬੂਝ ਲਈ ਕੰਮ ਕਰਦਾ ਕਿਉਂਕਿ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਸਮਝਦਾ। ਤਾਂ ਇਸ ਤਰ੍ਹਾਂ ਸਿੱਖਿਆ ਦੇ ਮਾਧਿਅਮ ਰਾਹੀਂ ਇਸ ਅੰਤਰਰਾਸ਼ਟਰੀ ਜਿਹੜੀ ਇੰਟਰਨੈਸ਼ਨਲ ਜਿਹੜੀ ਪੀਸ ਐਂਡ ਅੰਡਰਸਟੈਂਡਿੰਗ ਨੂੰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਮਾਨਤਾ ਨੂੰ ਪ੍ਰੋਤਸਾਹਿਤ ਕਰਨਾ ਜਿਸ ਦੇ ਵਿੱਚ ਕੀ ਹੈ ਕਿ ਸਾਰੇ ਹੀ ਵਿਦਿਆਰਥੀਆਂ ਨੂੰ ਇੱਕ ਸਮਾਨ ਜਿਹੜਾ ਅਵਸਰ, ਇੱਕ ਸਮਾਨ ਜਿਹੜੇ ਮੌਕੇ ਨੇ ਉਹ ਦਿੱਤੇ ਗਏ ਤਾਂ ਕਿ ਸਕੂਲ ਪਾਠਕ੍ਰਮ ਦੁਆਰਾ ਲੋਕਾਂ ਨੂੰ ਸਮਾਨਤਾ ਬਾਰੇ ਜਾਗਰੂਕ ਕੀਤਾ ਜਾ ਸਕੇ। ਨੈਕਸਟ ਹੈ ਸਮਾਜਿਕ ਸੱਭਿਆਚਾਰ ਅਤੇ ਸਮਾਜਿਕ ਵਿਵਸਥਾ ਜਿਸ ਦੇ ਵਿੱਚ ਲੋਕਾਂ ਨੂੰ ਉਹਨਾਂ ਦੇ ਸਮਾਜਿਕ ਜੀਵਨ ਅਤੇ ਸੱਭਿਆਚਾਰ ਬਾਰੇ ਜਿਹੜੀ ਜਾਣਕਾਰੀ ਉਹ ਦਿੱਤੀ ਜਾ ਸਕੇ। ਘੱਟੋ ਘੱਟ ਸਿੱਖਣ ਦਾ ਘੱਟੋ ਘੱਟ ਪੱਧਰ ਨਿਸ਼ਚਿਤ ਜਿਸ ਵਿੱਚ ਬੱਚੇ ਨੂੰ ਆਪਣੇ ਦੇਸ਼, ਰਾਜ, ਜ਼ਿਲ੍ਹੇ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਵੀ ਜਾਣਕਾਰੀ ਪ੍ਰੋਵਾਈਡ ਕਰਵਾਈ ਗਈ। ਭਾਸ਼ਾਵਾਂ ਦਾ ਵਿਕਾਸ ਜਿਸ ਦੇ ਵਿੱਚ ਜਿਹੜੀ ਭਾਸ਼ਾਈ ਫਾਰਮੂਲਾ ਜਿਹੜਾ ਉਹ ਲਾਗੂ ਕੀਤਾ ਗਿਆ ਜਿਸ ਦੇ ਵਿੱਚ ਮਾਤ ਭਾਸ਼ਾ, ਨੈਸ਼ਨਲ ਜਿਹੜੀ ਲੈਂਗੁਏਜ ਉਹ ਸ਼ਾਮਲ ਕੀਤੀ ਗਈ। ਰਾਸ਼ਟਰੀ ਜ਼ਿੰਮੇਵਾਰੀ ਇਸ ਦੇ ਵਿੱਚ ਮੁੱਢਲੇ ਸਿੱਖਿਆ ਦਾ ਸਰਵਵਿਆਪੀਕਰਨ, ਵਿੱਦਿਅਕ ਢਾਂਚੇ ਵਿੱਚ ਪ੍ਰਵਰਤਨ, ਬਾਲਗ ਸਿੱਖਿਆ, ਉਸ ਤੋਂ ਇਲਾਵਾ ਸਾਇੰਸ ਐਂਡ ਟੈਕਨੀਕਲ ਜਿਹੜੀ ਐਜੂਕੇਸ਼ਨ ਹੈ ਉਹ ਸੰਸਥਾਪਿਤ ਕੀਤੀ ਗਈ। ਉਸ ਤੋਂ ਅੱਗੇ ਹੈ ਸੰਸਥਾਵਾਂ ਦੀ ਮਜ਼ਬੂਤੀ। ਉਹਨਾਂ ਸੰਸਥਾਵਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਿਹੜੇ ਰਾਸ਼ਟਰੀ ਸਿੱਖਿਆ ਪ੍ਰਣਾਲੀ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਜਿਹਦੇ ਵਿੱਚ ਕੀ ਆ ਜਾਂਦਾ UGC, ਆਲ ਇੰਡੀਆ ਕੌਂਸਲ ਆਫ ਟੈਕਨੀਕਲ ਰਿਸਰਚ ਤੇ ਇਸ ਤੋਂ ਇਲਾਵਾ ਇੰਡੀਅਨ ਮੈਡੀਕਲ ਕੌਂਸਲ। ਤਾਂ ਇਹਨਾਂ ਸੰਸਥਾਵਾਂ ਲਈ ਇਕਾਤਮਕ ਪੱਧਰ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਕਿ ਕਾਰਜਾਤਮਕ ਰੂਪ ਨਾਲ ਇੱਕ ਦੂਜੇ ਨਾਲ ਜੁੜ ਜਾਣ ਤੇ ਖੋਜ ਅਤੇ ਪੋਸਟ ਗ੍ਰੈਜੂਏਸ਼ਨ ਸਿੱਖਿਆ ਸੰਬੰਧੀ ਕਾਰਜਾਂ ਨੂੰ ਮਜ਼ਬੂਤ ਬਣਾਇਆ ਜਾ ਸਕੇ। ਅਤੇ ਇਹ ਜਿਹੜੀਆਂ ਸੰਸਥਾਵਾਂ ਨੇ ਉਹ ਸਿੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੇ ਉਚੇਰੇ ਜਿਹੜੇ ਕਦਮ ਨੇ ਇਹਨਾਂ ਵੱਲੋਂ ਚੁੱਕੇ ਜਾਂਦੇ ਨੇ। ਥੈਂਕ ਯੂ।